ਹੀ ਨਹੀਂ ਤੇ ਫਿਰ ਸਾਨੂੰ ਮੰਜ਼ਿਲ ਕਿਵੇਂ ਮਿਲੇਗੀ। ਬਿਲਕੁਲ। ਤੇ ਜੋ ਕਥਨੀ ਤੇ ਕਰਨੀ ਦੇ ਸੁਮੇਲ ਦੀ ਗੱਲ ਕੀਤੀ ਤੁਸੀਂ, ਤੇ ਕਥਨੀ ਤੇ ਕਰਨੀ ਵਿੱਚ ਫਰਕ ਕਿਉਂ ਆ ਜਾਂਦਾ ਹੈ? ਕਿਉਂ ਅਸੀਂ ਕਥਨੀ ਤੇ ਕਰ ਦਿੰਦੇ ਹਾਂ ਪਰ ਜਦੋਂ ਕਰਨ ਵੇਲੇ ਜਦੋਂ ਉਸਨੂੰ ਪ੍ਰੈਕਟੀਕਲੀ ਲੈਂਦੇ ਹਾਂ ਫਿਰ ਕਰਨਾ ਔਖਾ ਕਿਉਂ ਲੱਗਦਾ? ਫਿਰ ਬੇਨਤੀ ਹੋਈ ਹੈ, ਮਹਾਰਾਜ ਨੇ ਬੜੀ ਵਾਰੀ ਬਖਸ਼ਿਸ਼ ਕੀਤੀ, ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਬਾਣੀ ਦੀ ਗੱਲ ਕਰੀਏ। ਤੁਸੀਂ ਵੇਖੋ ਬਾਣੀ ਦੇ ਵਿੱਚ ਮਹਾਰਾਜ ਨੇ ਬੜੀ ਵਾਰੀ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਕਹਿਣਾ ਬੜਾ ਸੌਖਾ ਹੈ, ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਉਪਦੇਸ਼ ਦੇਣਾ ਬੜਾ ਸੌਖਾ ਹੈ, ਪਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਵਾਹਿਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ, ਉਹਦੇ ਉੱਤੇ ਅਮਲ ਕਰਨਾ ਤਾਂ ਇਸ ਤਰ੍ਹਾਂ ਸਮਝੋ ਖੰਨਿਓ ਤਿੱਖੀ ਵਾਲੋਂ ਨਿੱਕੀ ਵਾਲੀ ਗੱਲ ਹੈ। ਇਹ ਸੰਸਾਰ ਦੇ ਵਿੱਚ ਕਈ ਵਾਰੀ ਮਨੁੱਖ ਦੂਜੇ ਨੂੰ ਸੁਧਾਰਨ ਵਾਸਤੇ ਬੜੇ ਉਪਰਾਲੇ ਕਰੇਗਾ, ਦੂਜੇ ਨੂੰ ਉਪਦੇਸ਼ ਦੇਣਾ ਬੜਾ ਸੌਖਾ ਹੈ, ਪਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨਹੀਂ। ਪ੍ਰਥਮੈ ਮਨ ਪ੍ਰਬੋਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਪਹਿਲਾਂ ਤੁਸੀਂ ਆਪ ਕਰਨੀ ਕਰੋ। ਕਥਨੀ ਤਾਂ ਬੜੀ ਸੌਖੀ ਹੈ, ਗੱਲਾਂ ਕਰਨੀਆਂ ਮਿੰਟਾਂ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਬੋਲ ਕੇ ਲੋਕਾਂ ਨੂੰ ਦੱਸ ਦਿਓ ਜੀ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਜੀ, ਤੁਸੀਂ ਪਾਠ ਕਰਨਾ, ਬੜਾ ਸੌਖਾ ਹੈ, ਕਿਉਂਕਿ ਮੈਂ ਕਹੀ ਰਿਹਾ ਹਾਂ ਨਾ। ਪਰ ਜਦੋਂ ਬੰਦੇ ਨੂੰ ਆਪ ਕਰਨਾ ਪੈਂਦਾ ਹੈ ਉਦੋਂ ਗੱਲ ਬਣਦੀ ਹੈ। ਇਸੇ ਕਰਕੇ ਸਤਿਗੁਰੂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ, ਭਾਈ ਜੇ ਤੂੰ ਅਕਲ ਲਤੀਫ, ਜੇਕਰ ਹੈ ਬੰਦੇ ਤੇਰੇ ਵਿੱਚ ਸਿਆਣਪ ਹੈ ਨਾ, ਤੇ ਕਾਲੇ ਲਿਖਣਾ ਲੇਖ, ਆਪ ਨੜੇ ਗਰੀਵਾਨ ਮੈਂ सिर नीवा कर दे, क्योंकि प्रीतम के देश कैसे बातन से जाइए। बाबा फरीद साहब ने बख्शिशां कीतियां, जेकर थोड़ी बहुत सियाणप रखदा है ਤੇ ਹੋਰਾਂ ਨੂੰ ਉਪਦੇਸ਼ ਨਾ ਕਰ, ਹੋਰਨਾਂ ਨੂੰ ਉਪਦੇਸ਼ ਕਰਨ ਦੀ ਕੋਸ਼ਿਸ਼ ਨਾ ਕਰ, ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਕਰ। ਤੇ ਜਦੋਂ ਦੇਖੋ ਕਮਾਈ ਹੁੰਦੀ ਹੈ ਨਾ, ਜਦੋਂ ਜੀਵਨ ਦੇ ਵਿੱਚ ਵਾਹਿਗੁਰੂ ਦਾ ਉਪਦੇਸ਼ ਵਸ ਜਾਂਦਾ ਹੈ ਤੇ ਬੜੀ ਸੱਚੀ ਗੱਲ ਹੈ, ਦੂਜੇ ਨੂੰ ਬਹੁਤਾ ਉਪਦੇਸ਼ ਕਰਨ ਦੀ ਲੋੜ ਨਹੀਂ ਪੈਂਦੀ, ਉਸ ਗੱਲ ਦਾ ਬੜਾ ਅਸਰ ਪੈਂਦਾ ਹੈ। ਜਿਹਦੇ ਵਿੱਚ ਆਪ ਜੋ ਖਾਲੀ ਭਾਂਡਾ ਨਾ, ਖਾਲੀ ਭਾਂਡੇ ਵਿੱਚ ਆਵਾਜ਼ ਆਏਗੀ, ਉਹ ਬੜਾ ਬੋਲੇਗਾ। ਪਰ ਭਗਤ ਕਬੀਰ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਹਿਣ ਲੱਗੇ ਜਿਹਦੇ ਵਿੱਚ ਕਮਾਈ ਦੀ ਘਾਟ ਹੋਏਗੀ ਨਾ, ਉਹ ਦੂਜੇ ਨੂੰ ਬੜੀਆਂ ਗੱਲਾਂ ਕਰੇਗਾ ਜੀ, ਤੁਸੀਂ ਇਹ ਵੀ ਕਰਨਾ ਜੀ, ਤੁਹਾਨੂੰ ਇਹ ਵੀ ਕਰਨਾ ਚਾਹੀਦਾ ਜੀ, ਪਰ ਜਦੋਂ ਆਪਣੀ ਗੱਲ ਆਉਂਦੀ ਹੈ ਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ। ਹਾਲਤ ਉਹੀ ਹੈ ਕਿ ਵੈਦ ਵੈਦ ਕਹਿ ਔਖਦ ਖਾਦ ਨਾ ਸੰਜਮ ਸੇ, ਹੈ ਨਾ, ਬੜੀ ਸੌਖੀ ਗੱਲ ਹੈ। ਜਿਸ ਤਰ੍ਹਾਂ ਕੋਈ ਮਰੀਜ਼ ਬੰਦਾ ਹੈ, ਰੋਗੀ ਹੈ, ਮਰ ਰਿਹਾ, ਪਰੇਸ਼ਾਨ ਹੋ ਰਿਹਾ, ਮੰਜੇ ਤੇ ਪਿਆ, ਕਿਸੇ ਨੇ ਕਿਹਾ ਭਾਈ ਜਾ ਤੂੰ ਦਵਾਈ ਲੈ ਕੇ ਨਾ ਠੀਕ ਹੋ ਜਾਵੇਂਗਾ, ਉੱਥੋਂ ਜਾ ਕੇ ਤੈਨੂੰ ਦਵਾਈ ਮਿਲੇਗੀ, ਇਸ ਤਰ੍ਹਾਂ ਨੂੰ ਖਾਣੀ ਪਏਗੀ, ਚਲੋ ਚਲਾ ਵੀ ਗਿਆ। ਗੱਲ ਉਹੀ ਹੈ ਨਾ ਕਿ ਪੂਛਤ ਪਥਿਕ ਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਸੋ ਗੁਰਮੁਖੋ ਇਸੇ ਲੜੀ ਦੇ ਵਿੱਚ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ। ਕਹਿਣ ਲੱਗੇ ਪੂਛਤ ਹੈ ਵੈਦ, ਔਖਦ ਖਾਦ ਨਾ ਸੰਜਮ ਸੇ, ਵੀ ਕਿਸੇ ਹਕੀਮ ਦੇ ਕੋਲ ਚਲੇ ਵੀ ਜਾਓ, ਸਮਾਂ ਵੀ ਕੱਢੋ, ਪੈਸਾ ਵੀ ਦਿਓ, ਪਰ ਜੇਕਰ ਪਰਹੇਜ਼ ਕਰੋ ਹੀ ਨਾ, ਸੱਚ ਪੁੱਛੋ ਤੇ ਗੁਰੂ ਪਿਆਰੀ ਸਾਧ ਸੰਗਤ ਅਸੀਂ ਰੋਗੀ ਵੀ ਹਾਂ, ਅਸੀਂ ਦੁਖੀ ਵੀ ਹਾਂ, ਪਰ ਮੇਰਾ ਵੈਦ ਗੁਰੂ ਗੋਬਿੰਦਾ, ਮੇਰੇ ਸਤਿਗੁਰੂ ਜੀ ਨੇ ਇੰਨੇ ਪਰਹੇਜ਼ ਦੱਸੇ ਹਨ, ਇੰਨੇ ਸੰਜਮ ਸਾਨੂੰ ਦੱਸੇ ਹਨ, ਪਰ ਜਦੋਂ ਅਫਸੋਸ ਵੀ ਹੁੰਦਾ ਹੈ ਤੇ ਦੁੱਖ ਵੀ, ਸਭ ਦੀ ਗੱਲ ਨਹੀਂ। ਬੜੇ ਐਸੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਬੜੇ ਐਸੀਆਂ ਰੂਹਾਂ ਹੈਗੀਆਂ ਜਿਹੜੀਆਂ ਹੋਰਨਾਂ ਨੂੰ ਉਪਦੇਸ਼ ਕਰਨ ਦੀ ਬਜਾਏ ਆਪਣੇ ਜੀਵਨ ਵਿੱਚ ਕਮਾਈ ਕਰਦੀਆਂ ਹਨ, ਤੇ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਚੱਲ ਰਿਹਾ ਹੈ, ਇਹਦੇ ਵਿੱਚ ਭਾਈ ਗੁਰਦਾਸ ਨੇ ਇੱਕੋ ਗੱਲ ਸਮੁੱਚੀ ਦੁਨੀਆ ਨੂੰ ਸਮਝਾਈ ਹੈ ਕਿ ਸੰਸਾਰ ਦੇ ਲੋਕੋ, ਜੇਕਰ ਚਾਹੁੰਦੇ ਹੋ ਕਿ ਅਸੀਂ ਆਪਣੀ ਮੰਜ਼ਿਲ ਤੇ ਅਪੜ ਜਾਈਏ, ਅਸੀਂ ਆਪਣੇ ਹਰ ਕੰਮ ਦੇ ਵੀ ਕਾਮਯਾਬ ਹੋ ਜਾਈਏ, ਤੇ ਭਾਈ ਮਿਹਨਤ ਕਰਨੀ ਪਏਗੀ। ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਿਸ਼ਚਾ, ਇੱਕ ਦ੍ਰਿੜ ਵਿਸ਼ਵਾਸ, ਵੇਖੋ ਵਿਸ਼ਵਾਸ ਵੀ ਨਾ ਹੋਵੇ ਤੇ ਬੰਦਾ ਕਈ ਵਾਰੀ ਕਾਮਯਾਬ ਹੁੰਦਾ ਵੀ ਰਹਿ ਜਾਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਮੇਸ਼ਾ ਮਨੁੱਖ ਨੂੰ ਇਹ ਗੱਲ ਚੇਤੇ ਕਰਵਾਈ ਕਿ ਡੋਲਣਾ ਨਹੀਂ, ਕਦੇ ਵੀ ਨਿਰਾਸ਼ ਨਹੀਂ ਹੋਣਾ, ਹਮੇਸ਼ਾ ਵੱਧਦੇ ਰਹੋ। ਉਸ ਪਤੰਗੇ ਵੱਲ ਵੇਖੋ ਨਾ, ਪਤੰਗਾ ਜਿਹੜਾ ਦੀਵੇ ਵੱਲੋਂ ਜਾਂਦਾ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ, ਬੇਸ਼ੱਕ ਖੰਭ ਸੜ ਜਾਂਦੇ ਹਨ, ਪਰ ਉਹ ਕਹਿੰਦਾ ਨਹੀਂ, ਮੇਰਾ ਇਹ ਮੂਲ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਬੰਦੇ ਤੇਰੀ ਜ਼ਿੰਦਗੀ ਵੀ ਰੁਕਾਵਟਾਂ ਆਉਣਗੀਆਂ, ਔਰ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, ਪਾਣੀ ਜਿੰਨੇ ਹਿਲੋਰੇ ਖਾਏਗਾ ਉਹਦਾ ਉਨਾ ਆਕਾਰ ਵਧੇਗਾ। ਦੁੱਖਾਂ ਤੋਂ ਘਬਰਾਓ ਨਾ, ਪਰੇਸ਼ਾਨੀਆਂ ਤੋਂ ਘਬਰਾਓ ਨਾ, ਜ਼ਿੰਦਗੀ ਦੇ ਵਿੱਚ ਵੱਧਦੇ ਰਹੋ, ਤੇ ਵੱਧਦੇ ਰਹੋਗੇ ਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਓਗੇ। ਤੇ ਜੇਕਰ ਤੁਸੀਂ ਡਰੀ ਜਾਓ,
ਗੱਲ ਬਣੇਗੀ ਨਹੀਂ। ਇਸੇ ਤਰ੍ਹਾਂ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ, ਉਦਮ ਕਰੇਂਦਿਆਂ ਜੀਓ ਤੂੰ, ਕਮਾਮਦਿਆਂ ਸੁਖ ਪਹੁੰਚ ਬੰਦੇ। ਉਦਮ ਕਰ ਕਿਸੇ ਵੀ ਖੇਤਰ ਵਿੱਚ। ਵੇਖੋ ਸੱਚ ਪੁੱਛੋ ਤੇ ਗੱਲ ਉੱਥੇ ਆ ਜਾਂਦੀ ਹੈ। ਕਈ ਵਾਰੀ ਬੰਦਾ ਅੰਦਰੋਂ ਬੜਾ ਖੁਸ਼ ਵੀ ਹੁੰਦਾ ਹੈ। ਸੱਚ ਪੁੱਛੋ ਤੇ ਜਿਹੜੇ ਮਾੜੇ ਲੋਕ ਨੇ ਨਾ, ਚੋਰ ਵੀ ਜਿਹੜਾ ਚੋਰੀ ਕਰਨ ਵਾਸਤੇ ਉਹ ਵੀ ਉਦਮ ਕਰਦਾ ਹੈ। ਇਸ ਕਰਕੇ ਹਰ ਖੇਤਰ ਦੇ ਵੀ ਉਦਮ ਕਰਨਾ ਪਵੇਗਾ। ਤੇ ਸਾਨੂੰ ਤਾਂ ਕੀ ਕਹੇ, ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੇ। ਗੁਰੂ ਰਾਮਦਾਸ ਜੀ ਦੇ ਬੋਲ ਕਿੰਨੇ ਪਿਆਰੇ ਹਨ। ਹਰ ਗੁਰੂ ਕੇ ਸਿੱਖ ਨੂੰ ਇਹ ਬੋਲ ਯਾਦ ਹੁੰਦੇ ਹਨ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠਰ ਨਾਮ ਧਿਆਵੇ। ਸੋ ਗੁਰੂ ਪਿਆਰੀ ਸਾਧ ਸੰਗਤ, ਭਾਈ ਗੁਰਦਾਸ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਕੇ ਆਪਣੇ ਮਨ ਨੂੰ ਸਮਝਾਈਏ ਕਿ ਭਾਈ ਗੁਰਦਾਸ ਜੀ ਜੋ ਗੱਲਾਂ ਤੁਸੀਂ ਕੀਤੀਆਂ ਹਨ, ਸੱਚ ਪੁੱਛੋ ਤੇ ਇਹ ਸਭ ਕਮਜ਼ੋਰੀਆਂ ਸਾਡੇ ਵਿੱਚ ਹਨ। ਅਸੀਂ ਗੱਲਾਂ ਬਹੁਤ ਕਰਦੇ ਹਾਂ, ਅਸੀਂ ਉਪਦੇਸ਼ ਬੜਾ ਕਰਦੇ ਹਾਂ, ਅਸੀਂ ਦੁਨੀਆਵੀ ਤੌਰ ਤੋਂ ਬੜੇ ਸਿਆਣੇ ਬਣਦੇ ਹਾਂ, ਪਰ ਜਦੋਂ ਅਸੀਂ ਆਪਣੇ ਜੀਵਨ ਵੱਲ ਵੇਖਦੇ ਹਾਂ ਤੇ ਸਾਡੀ ਹਾਲਤ ਇਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਉਹ ਤੇਲੀ ਦਾ ਬਲਦ ਹੁੰਦਾ ਹੈ। ਵੇਖੋ ਭਾਈ ਗੁਰਦਾਸ ਦੇ ਕਵਿਤ ਮੈਨੂੰ ਬੜੇ ਯਾਦ ਹਨ ਸੱਚ ਪੁੱਛੋ ਤੇ, ਕਿਉਂਕਿ ਇਹਨਾਂ ਦੀ ਗਿਣਤੀ ਵੀ ਬੜੀ ਹੈ। ਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਸਾਡੀ ਹਾਲਤ ਉਸ ਤੇਲੀ ਦੇ ਬਲਦ ਵਰਗੀ ਹੈ। ਕਿਉਂਕਿ ਗੱਲ ਚੱਲ ਰਹੀ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਭਾਈ ਗੁਰਦਾਸ ਤੋਂ ਸਦਕੇ ਜਾਈਏ। ਇੰਨਾ ਗਿਆਨ ਭਰਪੂਰ ਗੱਲਾਂ ਕੀਤੀਆਂ, ਇੱਕ ਆਮ ਸ਼ਰਧਾਲੂ ਨੂੰ ਵੀ ਇਹ ਗੱਲ ਸਮਝ ਲੱਗ ਜਾਂਦੀ, ਕਿਉਂਕਿ ਦਲੀਲਾਂ ਹੀ ਐਸੀਆਂ ਦਿੰਦੇ ਹਨ। ਤੇ ਗਿਆਨ ਜਿਹੜੇ ਪੰਥ ਦਰਦੀ ਸਿਆਣੇ ਲੋਕ ਨੇ ਨਾ, ਉਹ ਕਈ ਵਾਰੀ ਬੜੇ ਹੈਰਾਨ ਹੁੰਦੇ ਵੀ ਇੰਨਾ ਗਿਆਨ ਭਾਈ ਗੁਰਦਾਸ ਦੇ ਕੋਲ। ਤੇ ਉਹ ਕਹਿਣ ਲੱਗੇ ਸਾਡੀ ਹਾਲਤ ਉਸ ਤੇਲੀ ਦੇ ਬਲਦ ਵਰਗੀ ਹੈ ਜਿਹਦੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ ਨਾ, ਤੇ ਕੋਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਸੋਚਦਾ ਵਾਹ ਜੀ ਵਾਹ, ਮੈਂ ਤਾਂ ਸਵੇਰੇ ਤੋਂ ਚੱਲਿਆ, ਸ਼ਾਮਾਂ ਪੈ ਗਈਆਂ, ਬੜੀ ਦੂਰ ਨਿਕਲ ਗਿਆ ਹੋਵਾਂਗਾ। ਪਰ ਨਹੀਂ, ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਪਰ ਨੈਣ ਉਗਰਤ ਵਾਹੀ ਠੋਰ ਹੀ ਠਿਕਾਣ। ਸਾਡਾ ਵੀ ਹਾਲ ਇਹੀ ਹੈ। ਅਸੀਂ ਧਰਮ ਦੇ ਖੇਤਰ ਵਿੱਚ ਜਪਜੀ ਸਾਹਿਬ ਦਾ ਪਾਠ ਕਰ ਲਿਆ ਨਾ, ਸਾਡੇ ਵਰਗਾ ਭਗਤ ਹੁਣ ਹੈ ਕੋਈ ਨਹੀਂ। 4 ਦਿਨ ਅਸੀਂ ਬੰਗਲਾ ਸਾਹਿਬ ਚਲੇ ਗਏ ਨਾ, ਤੇ ਸਾਡੇ ਵਰਗਾ ਬ੍ਰਹਮ ਗਿਆਨੀ ਕੋਈ ਨਹੀਂ। ਮੈਂ ਕਹਿੰਦਾ ਪ੍ਰੀਤਮ ਕੇ ਦੇਸ਼ ਕੈਸੇ ਬਾਤ, ਹਾਂ ਜਾਓ, ਸਿਮਰਨ ਕਰੋ, ਪਾਠ ਪੂਜਾ ਕਰੋ, ਦਾਨ ਪੁੰਨ ਕਰੋ, ਚੰਗੇ ਕੰਮ ਕਰੋ, ਪਰ ਗੁਰੂ ਨਾਨਕ ਦੀ ਗੱਲ ਹਮੇਸ਼ਾ ਯਾਦ ਰੱਖੋ ਕਿ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਸੋ ਗੁਰੂ ਪਿਆਰੀ ਸਾਧ ਸੰਗਤ, ਜਿਹੜਾ ਅੱਜ ਦਾ ਆਪਣਾ ਇਹ ਵਿਸ਼ਾ ਚੱਲਦਾ ਪਿਆ, ਇਹਦੇ ਵਿੱਚ ਇੱਕੋ ਗੱਲ ਭਾਈ ਗੁਰਦਾਸ ਸਮਝਾ ਰਹੇ ਹਨ ਕਿ ਕਥਨੀ ਤੇ ਕਰਨੀ ਦਾ ਸੁਮੇਲ ਰੱਖੋ, ਕਿਉਂਕਿ ਜਹ ਕਰਨੀ ਤੈਂ ਪੂਰੀ ਮਤ ਕਰਨੀ ਬਾਝੋਂ ਘਟੇ ਘਟ। ਬੰਦੇ ਦੂਜੇ ਨੂੰ ਕਹਿਣਾ ਬੜਾ ਸੌਖਾ ਹੈ, ਦੂਜੇ ਦੀ ਵੀ ਕਮਜ਼ੋਰੀਆਂ ਕੱਢਣੀਆਂ ਬੜੀਆਂ ਸੌਖੀਆਂ ਹਨ। ਵੇਖੋ ਸਭ ਤੋਂ ਸੌਖਾ ਕੰਮ ਪਤਾ ਕੀ ਜ਼ਿੰਦਗੀ ਵਿੱਚ ਕੀ ਹੈ? ਦੂਜੇ ਨੂੰ ਸਲਾਹ ਦੇਣੀ ਤੇ ਦੂਜੇ ਦੇ ਵਿੱਚੋਂ ਕਮੀਆਂ ਕੱਢਣੀਆਂ। ਸਭ ਤੋਂ ਸੌਖੇ ਕੰਮ ਇਹ ਹਨ ਦੁਨੀਆ ਵਿੱਚ। ਆਮ ਬੰਦਾ ਵੀ ਦੂਜੇ ਤੋਂ ਜੀ ਫਲਾਣੇ ਨੇ ਮੇਰੇ ਨਾਲ ਇਹ ਕੀਤਾ, ਨਹੀਂ ਵੀ ਫਲਾਣੇ ਨੇ ਤੇਰੇ ਨਾਲ ਇਹ ਕੀਤਾ ਤਾਂ ਤੂੰ ਕਿਹਦੇ ਨਾਲ ਕੀ ਕੀਤਾ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਦੋਸ਼ ਕਿਸੇ ਨੂੰ ਨਾ ਦਿਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੱਧਦੇ ਰਹੋ, ਕੋਸ਼ਿਸ਼ ਕਰਦੇ ਰਹੋ। ਅਸੀਂ ਤਾਂ ਦਲੀਲਾਂ ਤਾਂ ਬੜੀਆਂ ਸੁਣਦੇ ਹਾਂ, ਔਰ ਅਸੀਂ ਇਨਸਾਨ ਹੋਣ ਦੇ ਬਾਵਜੂਦ ਦੁਨੀਆ ਵੀ ਜਦੋਂ ਅਸੀਂ ਜੀਵਨ ਵੇਖ, ਹੁਣ ਕੀੜੀ ਨੂੰ ਵੇਖ ਲਓ, ਕੀੜੀ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ। ਵੇਖੋ ਨਾ, ਕਦੇ ਕੀੜੀਆਂ ਦੀ ਲਾਈਨ ਵੇਖੋ ਤੁਸੀਂ, ਕਿੰਨੀ ਦੂਰ ਤੱਕ ਲਾਈਨ ਹੁੰਦੀ ਹੈ। ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਕੇਵਲ ਗੱਲਾਂ ਨਾ ਕਰੋ, ਕਿਉਂਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਅਰੇ ਕੀੜੀ ਦੇ ਕੋਲ ਸਿੱਖਿਆ ਲੈ ਲਓ। ਜਿਸ ਹੁਣ ਤੁਸੀਂ ਵੇਖੋ, ਕੀੜੀਆਂ ਹਮੇਸ਼ਾ ਇੱਕ ਪੰਕਤੀ ਵੀ ਕਿਉਂ ਚੱਲਦੀਆਂ ਹਨ, ਕਦੇ ਵਿਚਾਰ ਕੀਤੀ ਹੈ? ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਜਿਹੜੀ ਸਭ ਤੋਂ ਮੂਲਲੀ ਕੀੜੀ ਹੈ ਨਾ, ਉਹ ਖਾਸ ਤਰ੍ਹਾਂ ਦੀ ਸੁਗੰਧੀ ਛੱਡਦੀ ਹੈ। ਜਦੋਂ ਸੁਗੰਧੀ ਨੂੰ ਜਿਹੜਾ ਹੈ ਬਾਕੀ ਕੀੜੀਆਂ ਮਹਿਸੂਸ ਕਰਕੇ ਉਹਦੇ ਮਗਰ ਚੱਲਦੀਆਂ। ਤੇ ਸੱਚ ਪੁੱਛੋ, ਅਸੀਂ ਕੀੜੀ ਤੋਂ ਹੀ ਸਿੱਖਿਆ ਲੈ ਲਈਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੀ ਸੁਗੰਧੀ ਬਖਸ਼ਿਸ਼ ਕਰਦੇ ਹਨ, ਅਸੀਂ ਉਸ ਸੁਗੰਧੀ ਦੇ ਨੂੰ ਮਹਿਸੂਸ ਕਰਕੇ ਆਪਣੀ ਜ਼ਿੰਦਗੀ ਦੀ ਯਾਤਰਾ ਸਫਲੀ ਕਰ ਸਕਦੇ ਹਾਂ। ਨਹੀਂ ਤਾਂ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਸੋ ਅੱਜ ਦਾ ਵਿਸ਼ਾ ਬੜਾ ਕਮਾਲ ਦਾ, ਔਰ ਸੱਚ ਪੁੱਛੋ ਤੇ ਹਰ ਧਰਮ ਤੇ ਹਰ ਮਜ਼ਹਬ ਤੇ ਹਰ ਮਨੁੱਖ ਦੇ ਵਾਸਤੇ ਹੈ, ਕਿਉਂਕਿ ਇਹ ਗੱਲਾਂ ਹਰ ਖੇਤਰ ਵਿੱਚ ਤੁਹਾਨੂੰ ਮਿਲ ਜਾਣਗੀਆਂ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਉਪਦੇਸ਼ ਕਰਨਾ ਬੜਾ ਹੀ ਸੌਖਾ ਹੈ, ਪਰ ਸਾਧ ਸੰਗਤ ਦੀ ਆਖਣ ਔਖਾ ਸਾਚਾ ਨਾਉ। ਇਸੇ ਕਰਕੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ ਕਿ ਪੂਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ।
ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈਏ, ਕਿ ਭਾਈ ਗੱਲਾਂ ਬਾਤਾਂ ਤੁਸੀਂ ਜਿੰਨੀਆਂ ਮਰਜ਼ੀ ਕਰ ਲਓ, ਕਿਸੇ ਕੋਲ ਰਸਤਾ ਤੁਸੀਂ ਪੁੱਛ ਲਓ, ਪਰ ਚੱਲਣਾ ਆਪ ਪਵੇਗਾ। ਸੱਚ ਪੁੱਛੋ, ਅਸੀਂ ਆਮ ਸ਼ਰਧਾਲੂ ਨਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਈ ਵਾਰੀ ਕੁਝ ਪੁੱਛਦਾ, ਆਮ ਬੰਦਾ ਹਾਂਜੀ ਦੱਸੋ ਜੀ ਪਾਠ ਕਿਵੇਂ ਕਰਨਾ ਚਾਹੀਦਾ ਜੀ, ਮਨ ਨਹੀਂ ਜੁੜਦਾ ਜੀ। ਫਲਾਣੇ ਨੇ ਕਹਿ ਦਿੱਤਾ ਭਾਈ ਗੁਰੂ ਦੇ ਸ਼ਬਦ ਨਾਲ ਜੁੜੋ। ਹੁਣ ਦੇਖੋ ਕੋਈ ਬੰਦਾ ਦੱਸ ਹੀ ਸਕਦਾ ਨਾ, ਹੁਣ ਬੜੀ ਸੌਖੀ ਗੱਲ ਹੈ। ਅਸੀਂ ਨਾ ਕਦੇ ਵੀ ਜਦੋਂ ਕੋਈ ਹੋਰ ਕੰਮ ਹੋਵੇ ਨਾ ਉਹਦੀ ਅਸੀਂ ਉਡੀਕ ਨਹੀਂ ਕਰਦੇ। ਪ੍ਰਸ਼ਾਦਾ ਛਕਣਾ ਕੋਈ ਪੁੱਛਦਾ ਕਿਸੇ ਨੂੰ ਵੀ ਕਿੰਨਾ ਛਕਣਾ ਚਾਹੀਦਾ ਹੈ, ਜਦ ਦੁਨੀਆ ਵੀ ਹੋਰ ਕੰਮ ਕਰਨੇ ਹੁਣ ਨਹੀਂ ਤੁਸੀਂ ਸਭ ਕੁਝ ਸਮਝਦੇ ਹੋ ਔਰ ਸਭ ਇਸ਼ਾਰੇ ਦੇ ਵਿੱਚ ਹੀ ਗੱਲ ਹੋ ਜਾਂਦੀ ਹੈ। ਜਦੋਂ ਪਾਠ ਪੂਜਾ ਦੀ ਗੱਲ ਹੋਵੇ, ਚੰਗੇ ਕੰਮ ਕਰਨ ਦੀ ਗੱਲ ਹੋਵੇ, ਸਿਮਰਨ ਦੀ ਗੱਲ ਹੋਵੇ, ਜਾਂ ਉਹੀ ਗੱਲ ਕਿ ਆਪਣੇ ਮਾਰਗ ਤੇ ਚੱਲਣ ਦੀ ਗੱਲ ਹੋਵੇ, ਬੰਦਾ ਪੁੱਛਦਾ ਕਿ ਕਿਸ ਤਰ੍ਹਾਂ ਕਰੀਏ, ਪਤਾ ਲੱਗ ਵੀ ਜਾਂਦਾ ਹੈ। ਤੇ ਫਿਰ ਵੀ ਜੇਕਰ ਉਹ ਸੋਚਦਾ ਵੀ ਜਿਹੜਾ ਮੈਨੂੰ ਰਸਤਾ ਦੱਸ ਰਿਹਾ ਨਾ ਚੱਲ ਵੀ ਇਹੀ ਜਾਏ। ਗੱਲ ਤਾਂ ਇਹ ਹੈ ਨਾ ਕਿ ਜੇਕਰ ਭੁੱਖ ਸਾਨੂੰ ਲੱਗੀ ਹੈ ਪਰ ਅਸੀਂ ਕਹੀਏ ਮੇਰੇ ਵਾਸਤੇ ਤੁਸੀਂ ਪ੍ਰਸਾਦ ਛਕਦੇ ਹੋ, ਭੁੱਖ ਸਾਡੀ ਨਹੀਂ ਮਿਟੇਗੀ। ਇਸ ਕਰਕੇ ਭਾਈ ਗੁਰਦਾਸ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਦੀ ਗੱਲ ਹਮੇਸ਼ਾ ਯਾਦ ਰੱਖੋ, ਆਪਣ ਹੱਥੀਂ ਆਪਣਾ ਆਪੇ ਹੀ ਕਾ ਸਵਾਰੀ। ਔਰ ਰਹਿਤ ਮਰਜ਼ਾਦਾ ਵਿੱਚ ਇਹ ਗੱਲ ਦਰਜ ਹੈ ਕਿ ਹਰ ਗੁਰੂ ਕੇ ਸਿੱਖ ਨੂੰ ਆਪਣਾ ਸਹਿਜ ਪਾਠ ਸ਼ੁਰੂ ਆਰੰਭ ਰੱਖਣਾ ਚਾਹੀਦਾ ਹੈ, ਕਿਉਂਕਿ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈ, ਕੇਵਲ ਗੱਲਾਂ ਬਾਤਾਂ ਨਾਲ ਅਸੀਂ ਨਹੀਂ ਜਾ ਸਕਦੇ। ਕਰਨੀ ਦੇ ਬੜੇ ਸਾਰੇ ਐਗਜ਼ਾਮਪਲਸ ਬਹੁਤ ਨੇ, ਬੇਅੰਤ ਨੇ, ਬਹੁਤ। ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁ ਕਿਸ ਦਾ ਕਾਲਿਆ ਬਾਹਰ ਚਿਟਵਿਆ। ਸਾਡੇ ਜੋ ਗੱਲਾਂ ਨੇ ਉਹ ਤੇ ਬੜੀਆਂ ਚੰਗੀਆਂ ਨੇ, ਬੜੀਆਂ ਲੁਭਾਵਣੀਆਂ ਨੇ, ਪਰ ਜਦੋਂ ਸਾਡਾ ਆਪਣੇ ਆਚਰਣ ਤੇ ਜਦੋਂ ਅਸੀਂ ਗੱਲ ਆਉਂਦੀ ਹੈ ਤੇ ਫਿਰ ਆਚਰਣ ਸਾਡਾ ਬਹੁਤ ਮਾੜਾ ਹੈ। ਉਸੇ ਮਾੜੇ ਆਚਰਣ ਨੂੰ ਹੀ ਅਸੀਂ ਸਹੀ ਕਰਨਾ ਹੈ। ਅਸੀਂ ਕੁੜਿਆਰ ਤੋਂ ਸਚਿਆਰ ਵਾਲੀ ਬਿਰਤੀ ਵੱਲ ਜਾਣਾ ਹੈ। ਸੋ ਜ਼ਰੂਰੀ ਹੈ ਕਿ ਅਸੀਂ ਜਿਸ ਰਾਹ ਵੱਲ ਜਾਣਾ ਹੈ ਉਸ ਰਾਹ ਤੇ ਚੱਲ ਕੇ ਵੀ ਦਿਖਾਈਏ, ਖਾਲੀ ਪੁੱਛਣ ਤੱਕ ਹੀ ਸੀਮਿਤ ਨਹੀਂ ਰੱਖਣਾ। ਉਸ ਰਾਹ ਤੇ ਚੱਲ ਕੇ ਦਿਖਾਈਏ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਕੇ ਦਿਖਾਈਏ। ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਪਰਮਾਤਮਾ ਨਾਲ ਮਿਲਣ ਦੀ ਠਾਣ ਲੈਣੀ ਹੈ, ਅੰਦਰੋਂ ਅਸੀਂ ਨਿਸ਼ਚਾ ਕਰ ਲੈਣਾ ਹੈ, ਇੱਕ ਪੱਕਾ ਨਿਸ਼ਚਾ ਕਰ ਲੈਣਾ ਹੈ ਕਿ ਕਿਵੇਂ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ। ਤੇ ਫਿਰ ਜਦੋਂ ਅਸੀਂ ਉਸ ਦੀ ਰਾਹ ਵੀ ਪੁੱਛਦੇ ਹਾਂ ਪਰ ਰਾਹ ਤੇ ਚੱਲਣਾ ਹੈ, ਉਹ ਬਹੁਤ ਜ਼ਰੂਰੀ ਹੈ। ਸੋ ਇਸੇ ਉਦਮ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਸਾਡੇ ਜੀਵਨ ਦੀ ਉਪਲਬਧੀ ਹੋਏਗੀ ਕਿ ਖਾਲੀ ਅਸੀਂ ਉਦਮ ਕਰ ਲਈਏ ਨਾ ਤੇ ਪ੍ਰਾਪਤੀ ਆਪਣੇ ਆਪ ਹੋ ਜਾਏਗੀ। ਕਥਨੀ ਤੇ ਕਰਨੀ ਦਾ ਜੋ ਫਰਕ ਹੈ, ਅਸੀਂ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ, ਉਹ ਅਸੀਂ ਫਿਰ ਕਿਸ ਤਰ੍ਹਾਂ ਦੂਰ ਕਰਦੇ ਰਹਿਣਾ। ਵੇਖੋ ਭੈਣ ਜੀ ਮੇਰੀ ਗੱਲ ਸੁਣੋ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਉਤਾਰ ਚੜਾਵ ਨਹੀਂ ਨਾ ਆਇਆ ਜੀ, ਉਹ ਕਾਮਯਾਬੀ ਨਹੀਂ ਕਰ ਸਕਦਾ। ਕਿਸੇ ਦਾ ਵੀ ਜੀਵਨ ਪੜ੍ਹ ਕੇ ਵੇਖ ਲਓ, ਮੈਂ ਫਿਰ ਬੇਨਤੀ ਕਰਾਂ ਸਾਖੀਆਂ ਬੇਅੰਤ ਹੈਗੀਆਂ, ਇਤਿਹਾਸ ਇੰਨਾ ਮਹਾਨ ਖਜ਼ਾਨਾ ਹੈ। ਗੁਰਮੁਖੋ ਵਿਚਾਰ ਕਰ ਕਰਕੇ ਮਨ ਵਿੱਚ ਬੈਰਾਗ ਆ ਜਾਂਦਾ। ਵੇਖੋ ਕਿਤੋਂ ਵੀ ਗੱਲ ਸ਼ੁਰੂ ਕਰ ਲਓ, ਗੁਰੂ ਨਾਨਕ ਸਾਹਿਬ ਨੇ ਸੰਘਰਸ਼ ਨਹੀਂ ਕੀਤਾ। ਸੰਘਰਸ਼ ਹੀ ਜੀਵਨ ਹੈ। ਲਗੇ ਰਹੋ, ਦੁਨੀਆ ਤੁਹਾਨੂੰ ਰੋਕੇਗੀ ਪਰ ਆਪਣੀ ਜ਼ਿੰਦਗੀ ਦੇ ਵਿੱਚ ਨਿਸ਼ਚਾ ਪਹਾੜ ਵਰਗਾ ਰੱਖੋਗੇ ਤੇ ਦੁਨੀਆ ਦੀ ਕੋਈ ਵੀ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ। ਹੁੰਦਾ ਕਿ ਬੰਦਾ ਸੋਚਦਾ ਤਾਂ ਹੈ ਮੈਨੂੰ ਮਿਲੇ ਬੜਾ ਕੁਝ, ਪਰ ਗੱਲ ਹੋਈ ਹੈ, ਮੈਂ ਫਿਰ ਬੇਨਤੀ ਕਰਾਂ ਕਿਉਂਕਿ ਮੇਰੀ ਆਦਤ ਇਹ ਹੈ ਕਿ ਬਾਣੀ ਦੀ ਗੱਲ ਕਰੋ। ਔਰ ਇੰਨਾ ਖਜ਼ਾਨਾ ਸਾਡੀ ਹਾਲ ਇਹ ਹੈ ਕਿ ਸੇਵਾ ਥੋੜੀ ਮੰਗਣ ਬੋਤਾ, ਕਿਉਂਕਿ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈ।